ਪਹਾੜ ਤੇ ਜੰਗਲ ਹੈ। ਹੁਣ ਕਿਸੇ ਕਿਸਾਨ ਦੀ ਵਾਰੀ ਤੁਸੀਂ ਰਾਤ ਨੂੰ ਜੇ ਦਿੰਦੇ ਹੋ 8 ਘੰਟੇ ਦੀ ਲਾਈਟ ਦੇ ਹਿਸਾਬ ਨਾਲ, ਉਹ ਅੱਧੀ ਰਾਤ ਨੂੰ ਉੱਥੇ ਜਾਨਵਰਾਂ ਦਾ ਖਤਰਾ ਹੈ। ਤੁਹਾਡੇ ਵੱਲੋਂ ਕਈ ਜਥੇਬੰਦੀਆਂ ਦੋਸ਼ ਲੱਗਿਆ ਸੀ ਕਿ ਕੇਂਦਰ ਸਰਕਾਰ ਮੋਦੀ ਜੀ ਕਹਿੰਦਾ ਅਡਾਨੀਆਂ ਵਾਨੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਦੀ ਜ਼ਮੀਨਾਂ ਹੜਪਣਾ ਚਾਹੁੰਦੀ ਸੀ, ਕਿ ਲੱਗਦਾ ਕਿ ਕੈਪਟਨ ਸਰਕਾਰ ਵੀ ਉਸੇ ਰਾਹ ਚੱਲ ਪਈ ਨੇ। ਫਿਰ ਲੱਗਦਾ ਕਿ ਕੰਢੀ ਖੇਤਰ ਦੇ ਉੱਤੇ ਪਹਿਲਾਂ ਤੋਂ ਹੀ ਅੱਖ ਹੈ। ਕੰਢੀ ਖੇਤਰ ਨੂੰ ਇਹ ਖੂਬਸੂਰਤ ਖੇਤਰ ਹੈ, ਇਹਨੂੰ ਕੋਈ ਟੂਰਿਜ਼ਮ ਵਾਸਤੇ ਵਰਤਣਾ ਚਾਹੁੰਦਾ ਹੈ, ਇਹਦੇ 'ਚ ਕੋਈ ਐਸ਼ ਪ੍ਰਸਤੀ ਵਾਸਤੇ ਆਪਣੇ ਉਹ ਬਣਾਉਣਾ ਚਾਹੁੰਦਾ ਫਾਰਮ ਹਾਊਸ ਬਣਾਉਣੀ ਹੈ। ਇੱਥੇ ਅਸਲ 'ਚ ਸਿਟੀਆਂ ਬਣਾ ਕੇ ਅਮੀਰਾਂ ਦੇ ਰਿਹਾਇਸ਼ਗਾਹ ਬਣਾਉਣਾ ਚਾਹੁੰਦੇ ਨੇ, ਉਹਦੇ ਵਾਸਤੇ ਇਹ ਕਿਸਾਨਾਂ ਨੂੰ ਉਜਾੜਨਾ ਚਾਹੁੰਦੇ ਨੇ ਵੀ ਖੇਤੀ ਔਖੀ ਹੋ ਜਾਵੇ। ਸਾਨੂੰ ਉਜਾੜਨਾ ਚਾਹ ਰਹੀ ਹੈ। ਪੰਜਾਬ ਸਰਕਾਰ ਨੂੰ ਆਪਣੀ ਨੀਤੀ ਸਪਸ਼ਟ ਕਰਨੀ ਪਊਗੀ। ਜ਼ਮੀਨਾਂ ਦੇ ਉੱਤੇ ਇਸ ਵੇਲੇ ਅੱਖ ਹੈ, ਚਾਹੇ ਮੋਦੀ ਦੀ ਹੋਵੇ ਚਾਹੇ ਪੰਜਾਬ ਸਰਕਾਰ ਦੀ ਹੋਵੇ। ਦਿਨਾਂ ਵਿੱਚ ਕੀ ਐਕਸ਼ਨ ਲਓਗੇ ਜੇ ਸਰਕਾਰ ਨਹੀਂ ਰੁਕਦੀ, ਕੈਪਟਨ ਸਰਕਾਰ ਉਸ ਤਰੀਕੇ ਨਾਲ ਚੱਲਦੀ ਰਹੀ ਤਾਂ? ਇਸ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ। ਖੰਭੇ ਲਾਉਣਾ ਆਊਗਾ, ਤਾਰਾਂ ਪਾਉਣਾ ਆਊਗਾ, ਸਾਡੇ ਲੋਕ ਵਿਰੋਧ ਕਰਨਗੇ। ਇਹਦੇ ਵਾਸਤੇ ਬਿਜਲੀ ਵਿਭਾਗ ਖਬਰਦਾਰ ਰਹੇ। ਪਿੰਡ ਆਥੀਆਂ ਵੀ ਫੁੱਕਣਗੀਆਂ, ਇਹਨਾਂ ਦੇ ਆਗੂਆਂ ਦਾ ਵਿਰੋਧ ਵੀ ਹੋਊਗਾ, ਮੰਤਰੀਆਂ ਦੇ ਘਰ ਵੀ ਕਰਨਗੇ, ਪੰਜਾਬ ਸਰਕਾਰ ਨੂੰ ਵੀ ਘੇਰਿਆ ਜਾਊਗਾ, ਡੀਸੀ ਦਫ਼ਤਰਾਂ ਨੂੰ ਵੀ ਘੇਰਿਆ ਜਾਊਗਾ। ਸਾਰਾ ਕੁਝ ਕਰਾਂਗੇ ਜਿੱਥੇ ਤੱਕ ਜਾਣਾ। ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਹਰਤੇਜ ਸਿੰਘ। ਇੱਕ ਪਾਸੇ ਕਿਸਾਨ ਦਿੱਲੀ ਦੇ ਵਿੱਚ ਆਪਣੇ ਹੱਕਾਂ ਦੇ ਲਈ ਕੇਂਦਰ ਦੇ ਨਾਲ ਲੜਾਈ ਲੜ ਰਹੇ ਨੇ, ਦੂਜੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਕਿਵੇਂ ਕਿਸਾਨਾਂ ਨੂੰ ਬਰਬਾਦ ਕਰਨ ਲਈ ਇੱਕ ਨਵੀਂ ਰਣਨੀਤੀ ਤਿਆਰ ਕਰ ਰਹੀ ਹੈ। ਉਸ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਦਾ ਵੱਡਾ ਰੋਸ। ਅੱਜ ਮੋਹਾਲੀ ਐਸਟੀਐਮ ਦਫ਼ਤਰ ਦੇ ਬਾਹਰ ਵੱਡੀ ਨਾਅਰੇਬਾਜ਼ੀ ਕੀਤੀ ਗਈ ਹੈ, ਨਾਲ ਹੀ ਮੰਗ ਪੱਤਰ ਦਿੱਤਾ ਗਿਆ। ਮਾਮਲਾ ਕੀ ਹੈ ਪੂਰਾ? ਕਮਲਜੀਤ ਜੀ, ਇੱਕ ਪਾਸੇ ਤੁਹਾਡੀ ਜਥੇਬੰਦੀਆਂ ਦਿੱਲੀ ਦੇ ਵਿੱਚ ਆਪਣੇ ਹੱਕ ਵਾਸਤੇ ਬੈਠੀਆਂ ਨੇ, ਦੂਜੇ ਪਾਸੇ ਕੀ ਨਵਾਂ ਜਿਹੜੀ ਕੈਪਟਨ ਸਰਕਾਰ ਕੀ ਪਲਾਨ ਲੈ ਕੇ ਆ ਰਹੀ, ਜਿਹੜੇ ਕਿਸਾਨ ਬਰਬਾਦ ਹੋਣਗੇ ਜਾਣਗੇ ਇਸ ਨਾਲ? ਦੇਖੋ, ਇੱਕ ਪਾਸੇ ਸਾਡੀ ਲੜਾਈ ਸੈਂਟਰ ਨਾਲ ਜਾਰੀ ਹੈ ਤੇ ਅਸੀਂ ਸਮਝਦੇ ਹਾਂ ਅਸੀਂ ਇੱਕ ਮੋਰਚੇ ਤੇ ਹੀ ਪੂਰਾ ਜ਼ੋਰ ਲਾਉਣਾ ਚਾਹੁੰਦੇ ਹਾਂ, ਲੇਕਿਨ ਲੜਾਈ ਹੈ ਸਾਡੀ ਜ਼ਮੀਨ ਬਚਾਉਣ ਦੀ। ਇੱਥੇ ਜੋ ਪੰਜਾਬ ਸਰਕਾਰ ਨੇ ਪਾਲਿਸੀ ਲਿਆਂਦੀ ਹੈ, ਪੰਜਾਬ ਸਰਕਾਰ ਨੇ ਸਾਡੇ ਕੰਢੀ ਖੇਤਰ ਜਿਹੜਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਤੇ ਬੜਾ ਹੀ ਗੁਣਵੱਤਾਪੂਰਨ ਇਲਾਕਾ ਹੈ, ਜਿਹਦਾ ਬੜੀ ਇਕੋਲੋਜੀ ਨੂੰ ਸਾਡੀ ਦੇਣ ਹੈ, ਪੂਰੇ ਪੰਜਾਬ ਦੀ ਇਕੋਲੋਜੀ ਨੂੰ। ਇਸ ਇਲਾਕੇ ਵਾਸਤੇ ਬੜੇ ਲੰਬੇ ਸਮੇਂ ਤੋਂ ਛੂਟ ਮਿਲੀ ਹੋਈ ਸੀ ਕਿ ਇੱਥੇ 24 ਘੰਟੇ ਦੀ ਬਿਜਲੀ ਸਪਲਾਈ ਮਿਲਦੀ ਹੈ। ਉਹ ਬਿਜਲੀ ਸਪਲਾਈ ਹੁਣ ਪਿੰਡਾਂ ਦੀ ਅੱਡ ਤੇ ਖੇਤਾਂ ਦੀ ਅੱਡ ਕਰਕੇ ਇਹ ਖੇਤਾਂ ਨੂੰ ਦੁਆਰਾ 8 ਘੰਟੇ ਵਾਂਗੂ ਲਿਆਉਣਾ ਚਾਹੁੰਦੇ ਨੇ। ਜਿਹੜੀ ਛੂਟ ਮਿਲੀ ਹੋਈ ਹੈ ਕੰਢੀ ਖੇਤਰ ਦੇ ਕਿਸਾਨਾਂ ਨੂੰ, ਉਹ ਖੋਣਾ ਚਾਹੁੰਦੇ ਨੇ। ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਤੇ ਉਸ ਵਿਰੋਧ ਵਾਸਤੇ ਹੀ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਰਾਹੀਂ ਡੀਸੀ ਮੋਹਾਲੀ ਭੇਜਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਭਰੋਸੇ 'ਚ ਲਏ ਬਿਨਾਂ, ਕਿਸਾਨਾਂ ਨੂੰ ਪੂਰਾ ਪਾਲਿਸੀ ਬਾਰੇ ਗਰੰਟੀ ਕੀਤੇ ਬਿਨਾਂ ਕਿ ਸਾਡੀ ਇਹ 24 ਘੰਟੇ ਸਪਲਾਈ ਜਾਰੀ ਰਹੂਗੀ, ਉਸ ਤੋਂ ਬਿਨਾਂ ਖੰਭੇ ਲਾਉਣ ਦਾ ਕੰਮ ਤੇ ਤਾਰਾਂ ਪਾਉਣ ਦਾ ਕੰਮ ਤੁਰੰਤ ਰੋਕ ਦਿੱਤਾ ਜਾਊਗਾ। ਸਾਡੇ ਪਿੰਡਾਂ ਦੀਆਂ ਇਕਾਈਆਂ ਵਿਰੋਧ ਕਰਨਗੀਆਂ ਜੇ ਨਹੀਂ ਰੋਕਣਗੇ। ਕਿਹੜੇ ਪਿੰਡ ਹੁਣ ਤਾਰਾਂ ਪੈਣੀਆਂ ਸ਼ੁਰੂ ਹੋ ਗਈਆਂ? ਕਿਉਂਕਿ ਕੈਪਟਨ ਸਰਕਾਰ ਦਾ ਵੀ ਲੱਗ ਰਿਹਾ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਚਿਹਰਾ ਬੇਨਕਾਬ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਕਾਨੂੰਨ ਲਗਾਤਾਰ ਪਹਿਲਾਂ ਕੇਂਦਰ ਤੇ ਕਹਿੰਦੇ ਸੀ ਕਿ ਘਰ ਬੈਠ ਕੇ ਉਹਨਾਂ ਨੇ, ਜਦੋਂ ਲੋਕ ਘਰ ਬੈਠੇ ਸੀ ਕਹਿੰਦਾ ਕਰੋਨਾ ਦੀ ਮਹਾਮਾਰੀ ਦੇ, ਉਦੋਂ ਕਾਨੂੰਨ ਬਣਾਤੇ, ਪਰ ਲੱਗਦਾ ਨਹੀਂ ਹੁਣ ਇੱਕ ਪਾਸੇ ਕਿਸਾਨ ਗਏ ਹੋਣੇ, ਦੂਜੇ ਪਾਸੇ ਇਹ ਕਾਨੂੰਨ ਬਣਦੇ ਜਾ ਰਹੇ ਨੇ ਪੰਜਾਬ ਦੇ ਵਿੱਚ। ਫਿਰ ਬਿਲਕੁਲ ਅਸੀਂ ਤਾਂ ਇਹ ਕਹਿੰਦੇ ਸਾਡੀ ਲੜਾਈ ਨੂੰ ਸੈਬੋਟੇਜ ਕਰ ਰਿਹਾ ਹੈ। ਸਾਡੀ ਲੜਾਈ ਕੇਂਦਰ ਦੇ ਨਾਲ ਹੈ ਤੇ ਉਸ ਦੀ ਬਜਾਏ ਪੰਜਾਬ ਸਰਕਾਰ ਨਾਲ ਸ਼ੁਰੂ ਹੋ ਰਹੀ ਹੈ। ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਸਾਫ਼-ਸਾਫ਼ ਇਸ ਗੱਲ ਦੇ ਉੱਤੇ ਆਪਣੀ ਸਟੈਂਡ ਲੈਣਾ ਪੈਣਾ ਹੈ। ਜਿਹੜੇ ਪਿੰਡ ਨੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ, ਇਹ ਸਾਰਾ ਹੀ ਸਾਡਾ ਜਿਹੜਾ ਮੁੱਲਾਂਪੁਰ ਗਰੀਬਦਾਸ ਤੋਂ ਗਾਹਾਂ ਕੁਰਾਲੀ ਤੱਕ ਦੀ ਪੂਰੀ ਬੈਲਟ ਜਿਹੜੀ ਹੈ, ਉਹ ਸਾਰੀ ਬੈਲਟ ਜਿਹੜੀ ਅਫੈਕਟਡ ਹੈ। ਉਹਦੇ ਮੈਂ ਪਿੰਡਾਂ ਦੇ ਨਾਂ ਕੱਲੇ ਦੇ ਕੀ ਗਿਣਾਣਾ, ਪੜੌਲ, ਆਪਣਾ ਤਕੀਪੁਰ, ਸਾਰੇ A to Z ਸਾਰੇ ਪਿੰਡ ਨੇ, ਜਿੰਨੇ ਮਰਜ਼ੀ ਗਿਣ ਲਓ ਤੁਸੀਂ। ਪੜਛ, ਸੂਕ, ਨਾਡਾ, ਬੜਗਿੰਡੀ, ਕਸੌਲੀ, ਵਾਧੂ ਪਿੰਡ ਨੇ। ਮਤਲਬ ਸਾਰੇ ਪਿੰਡ ਟੋਟਲ ਬੈਲਟ ਹੈ ਇਹ ਜਿਹੜੀ ਪਹਾੜ ਦੇ ਨਾਲ ਜਾ ਰਹੀ ਹੈ। ਬਲਕਿ ਗਾਹਾਂ ਰੋਪੜ ਜ਼ਿਲ੍ਹੇ 'ਚ ਵੀ ਹੈ, ਫਿਰ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੀ ਹੈ, ਗਾਹਾਂ ਨਵਾਂ ਸ਼ਹਿਰ ਜ਼ਿਲ੍ਹਾ ਵੀ ਪੈਂਦਾ ਹੈ, ਉਸ ਤੋਂ ਬਾਅਦ ਪਠਾਨਕੋਟ ਤੱਕ ਜਾਂਦੀ ਹੈ ਪੂਰੀ ਕੰਢੀ ਬੈਲਟ। ਸੋ ਸਾਰੀ ਬੈਲਟ ਦਾ ਮਸਲਾ ਹੈ। ਅਸੀਂ ਮੋਹਾਲੀ ਜ਼ਿਲ੍ਹੇ ਤੋਂ ਸ਼ੁਰੂ ਕੀਤਾ, ਅਸੀਂ ਰੋਪੜ ਤੱਕ ਵੀ ਜਾਵਾਂਗੇ। ਅਸੀਂ ਇਸ ਨੂੰ ਪੂਰੀ ਸਟਰਗਲ ਨੂੰ ਸਿਰੇ ਤੱਕ ਲੜਾਂਗੇ। ਪੰਜਾਬ ਸਰਕਾਰ ਨੂੰ ਅਸੀਂ ਤੁਹਾਡੇ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਖੰਭਿਆਂ ਦਾ ਕੰਮ ਰੋਕ ਦਿੱਤਾ ਜਾਵੇ, ਨਹੀਂ ਤਾਂ ਪਿੰਡਾਂ ਦੇ ਵਿੱਚ ਸਮੱਸਿਆ ਤੁਹਾਨੂੰ ਆਊਗੀ। ਤੇ ਸਾਡੇ ਨਾਲ ਬਾਕਾਇਦਾ ਯੂਨੀਅਨ ਨਾਲ ਬੈਠ ਕੇ ਮੀਟਿੰਗ ਕਰੋ ਤੇ ਪਾਲਿਸੀ ਜਿਹੜੀ ਹੈ, ਜਿਹੜੀ 2002 ਦੇ ਵਿੱਚ ਪਹਿਲਾਂ ਬਣੀ ਸੀਗੀ ਕਿ ਇਸ ਕੰਢੀ ਖੇਤਰ ਨੂੰ ਵਿਸ਼ੇਸ਼ ਰਿਆਇਤ ਸੀਗੀ, ਬਾਕੀ ਸਾਰੇ ਪੰਜਾਬ 'ਚ ਇਸੇ ਤਰੀਕੇ ਨਾਲ ਹੈ, 8 ਘੰਟੇ ਦੀ ਸਪਲਾਈ ਮਿਲਦੀ ਹੈ, ਲੇਕਿਨ ਕੰਢੀ ਖੇਤਰ ਕਰਕੇ, ਕਿਉਂਕਿ ਮੈਂ ਤੁਹਾਨੂੰ ਕਾਰਨ ਗਿਣਾਉਣਾ ਕੀ ਹੈ, ਸਾਡੇ ਇੱਥੇ 15 ਕਿੱਲਿਆਂ ਦੇ ਉੱਤੇ ਇੱਕ ਮੋਟਰ ਲੱਗੀ ਹੁੰਦੀ ਹੈ। ਹੁਣ 15 ਕਿੱਲਿਆਂ ਦੇ ਉੱਤੇ ਮੋਟਰ ਇੱਕ ਹੈ ਤਾਂ ਇਹਦਾ ਮਤਲਬ ਹੋਇਆ ਕਿ ਉਸ ਇੱਕ ਮੋਟਰ ਨੂੰ ਘੱਟੋ ਘੱਟ 3 ਜਾਂ 4 ਕਿਸਾਨ ਸ਼ੇਅਰ ਕਰ ਰਹੇ ਨੇ।
ਹੁਣ ਸਾਰਿਆਂ ਨੂੰ ਅੱਡ ਲਾਈਨ ਮੋਟਰ ਲੈਣੀ ਪਊਗੀ, ਕਿੱਥੇ ਮਿਲਣੇ ਨੇ ਇੰਨੇ ਕਨੈਕਸ਼ਨ, ਸਾਰਿਆਂ ਨੂੰ ਸਿਕਿਉਰਿਟੀ ਭਰਨੀ ਪਊਗੀ। ਫਿਰ ਜਦੋਂ ਇੰਨੀਆਂ ਵੱਡੀ ਗਿਣਤੀ 'ਚ ਮੋਟਰਾਂ ਲੱਗਣਗੀਆਂ, ਬਿਜਲੀ ਦੀ ਖਪਤ ਵੀ ਵਧੂਗੀ, ਲਾਈਨ ਲਾਸ ਵੀ ਵਧਣਗੇ, ਬਿਜਲੀ ਬੋਰਡ ਨੂੰ ਵੀ ਘਾਟਾ ਪੈਣਾ। ਦੂਜੀ ਗੱਲ, ਸਾਨੂੰ ਡੂੰਘੇ ਕਰਨੇ ਪੈਣੇ ਨੇ ਪੱਤਣ। ਪਹਾੜੀ ਖੇਤਰ ਹੈ, ਕਿੱਥੇ ਪੱਤਣ ਮਿਲੂਗਾ, ਕਿੱਥੇ ਨਹੀਂ ਮਿਲੂਗਾ, ਕਿੰਨਾ ਮਿਲੂਗਾ ਪਾਣੀ, ਕੁਝ ਨਹੀਂ ਪਤਾ। ਸੋ ਇਸ ਕਰਕੇ ਲੱਖਾਂ ਰੁਪਈਆ ਇਕੱਲੇ ਕਿਸਾਨ ਦਾ ਜਿਹੜਾ ਹੈਗਾ ਉਹ ਮੋਟਰਾਂ ਡੂੰਘੀਆਂ ਕਰਾਉਣ ਤੇ, ਨਵੇਂ ਕਨੈਕਸ਼ਨ ਲੈਣ ਤੇ, ਵੱਡੀਆਂ ਮੋਟਰਾਂ ਪਾਣਗੀਆਂ। ਹੁਣ ਤਾਂ ਛੋਟੀਆਂ ਨਾਲ ਸਰ ਜਾਂਦਾ ਸਾਡਾ, ਹੁਣ ਵੱਡੀਆਂ ਮੋਟਰਾਂ ਜਿਹੜੀਆਂ ਹੈਗੀਆਂ ਨੇ ਉਹ ਪਾ ਕੇ ਪਾਣੀ ਖਿੱਚਣਾ ਪਊਗਾ, ਜਦ ਡੂੰਘਾ ਖਿੱਚਣਾ ਹੈ ਤੇ ਜਦ ਜ਼ਿਆਦਾ ਖਿੱਚਣਾ ਹੈ। ਤੇ ਦੂਜਾ, ਪਹਾੜ ਤੇ ਜੰਗਲ ਹੈ। ਹੁਣ ਕਿਸੇ ਕਿਸਾਨ ਦੀ ਵਾਰੀ ਤੁਸੀਂ ਰਾਤ ਨੂੰ ਜੇ ਦਿੰਦੇ ਹੋ 8 ਘੰਟੇ ਦੀ ਲਾਈਟ ਦੇ ਹਿਸਾਬ ਨਾਲ, ਉਹ ਅੱਧੀ ਰਾਤ ਨੂੰ ਉੱਥੇ ਜਾਨਵਰਾਂ ਦਾ ਖਤਰਾ ਹੈ, ਕਿੱਥੇ ਜਾਣਗੇ ਸਾਡੇ ਕਿਸਾਨ ਉੱਥੇ? ਮਤਲਬ ਕਿਆ ਲੱਗਦਾ ਹੈ ਕਿ ਜਿਵੇਂ ਤੁਹਾਡੇ ਵੱਲੋਂ ਕਈ ਜਥੇਬੰਦੀਆਂ ਦੋਸ਼ ਲੱਗਿਆ ਸੀ ਕਿ ਕੇਂਦਰ ਸਰਕਾਰ, ਮੋਦੀ ਜੀ ਕਹਿੰਦਾ ਅਡਾਨੀਆਂ ਵਾਨੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਦੀ ਜ਼ਮੀਨਾਂ ਹੜਪਣਾ ਚਾਹੁੰਦੀ ਸੀ, ਕਿ ਲੱਗਦਾ ਕਿ ਕੈਪਟਨ ਸਰਕਾਰ ਵੀ ਉਸੇ ਰਾਹ ਚੱਲ ਪਏ ਨੇ? ਫਿਰ ਸਾਨੂੰ ਇਹ ਲੱਗਦਾ ਕਿ ਕੰਢੀ ਖੇਤਰ ਦੇ ਉੱਤੇ ਪਹਿਲਾਂ ਤੋਂ ਹੀ ਅੱਖ ਹੈ। ਕੰਢੀ ਖੇਤਰ ਨੂੰ, ਇਹ ਖੂਬਸੂਰਤ ਖੇਤਰ ਹੈ, ਇਹਨੂੰ ਕੋਈ ਟੂਰਿਜ਼ਮ ਵਾਸਤੇ ਵਰਤਣਾ ਚਾਹੁੰਦਾ ਹੈ, ਇਹਦੇ ਤੇ ਕੋਈ ਐਸ਼ਪ੍ਰਸਤੀ ਵਾਸਤੇ ਆਪਣੇ ਉਹ ਬਣਾਉਣਾ ਚਾਹੁੰਦਾ ਹੈ ਫਾਰਮ ਹਾਊਸ, ਕਿਸੇ ਨੇ ਇੱਥੇ ਮਤਲਬ ਜਿਹੜਾ ਹੈਗਾ ਕੋਈ ਐਜੂ ਸਿਟੀ ਬਣਾਉਣੀ ਹੈ, ਕਿਸੇ ਨੇ ਕੋਈ ਈਕੋ ਸਿਟੀ ਬਣਾਉਣੀ ਹੈ। ਇੱਥੇ ਅਸਲ 'ਚ ਸਿਟੀਆਂ ਬਣਾ ਕੇ ਅਮੀਰਾਂ ਦੇ ਰਿਹਾਇਸ਼ਗਾਹ ਬਣਾਉਣਾ ਚਾਹੁੰਦੇ ਨੇ। ਉਹਦੇ ਵਾਸਤੇ ਇਹ ਕਿਸਾਨਾਂ ਨੂੰ ਉਜਾੜਨਾ ਚਾਹੁੰਦੇ ਨੇ ਵੀ ਖੇਤੀ ਔਖੀ ਹੋ ਜਾਵੇ, ਕਿਸਾਨ ਆਪਣੀ ਜ਼ਮੀਨ ਛੱਡ ਕੇ ਇੱਥੋਂ। ਸਾਡੇ ਪਹਿਲਾਂ ਹੀ ਵੱਡੀ ਗਿਣਤੀ 'ਚ ਨੌਜਵਾਨ ਤਾਂ ਪਹਿਲਾਂ ਹੀ ਕੋਈ ਚੰਡੀਗੜ੍ਹ ਦੇ ਵਿੱਚ ਉੱਥੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਹੈ, ਕੋਈ ਇੱਥੇ ਹਾਰਟੀਕਲਚਰ ਦੇ ਵਿੱਚ ਅਸੀਂ ਬਾਗਬਾਨੀ ਕਰ ਰਹੇ ਨੇ। ਆਪਦੇ ਖੇਤ ਛੱਡ ਕੇ ਅਸੀਂ ਚੰਡੀਗੜ੍ਹ ਦੇ ਪਾਰਕਾਂ ਦੇ ਉੱਤੇ ਲੱਗ ਜਾਾਂਗੇ। ਸੋ ਇਸ ਕਰਕੇ ਸਾਡਾ ਇਹ ਕਹਿਣਾ ਹੈ, ਪੰਜਾਬ ਸਰਕਾਰ ਸਾਨੂੰ ਉਜਾੜਨਾ ਚਾਹ ਰਹੀ ਹੈ। ਪੰਜਾਬ ਸਰਕਾਰ ਨੂੰ ਆਪਣੀ ਨੀਤੀ ਸਪਸ਼ਟ ਕਰਨੀ ਪਊਗੀ। ਜ਼ਮੀਨਾਂ ਦੇ ਉੱਤੇ ਇਸ ਵੇਲੇ ਅੱਖ ਹੈ, ਚਾਹੇ ਮੋਦੀ ਦੀ ਹੋਵੇ, ਚਾਹੇ ਪੰਜਾਬ ਸਰਕਾਰ ਦੀ ਹੋਵੇ। ਸਾਡਾ ਇਹ ਕਹਿਣਾ, ਇਹਨਾਂ ਸਾਰਿਆਂ ਨੂੰ ਬਾਜ਼ ਆਉਣਾ ਪਊਗਾ। ਅਸੀਂ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ, ਪਿੰਡਾਂ ਦੇ ਵਿੱਚ ਵੜਨਾ ਔਖਾ ਕਰ ਦਿਆਂਗੇ। ਆਉਣ ਵਾਲੇ ਦਿਨਾਂ ਵਿੱਚ ਕੀ ਐਕਸ਼ਨ ਲਓਗੇ ਜੇ ਸਰਕਾਰ ਨਹੀਂ ਰੁਕਦੀ, ਕੈਪਟਨ ਸਰਕਾਰ ਉਸ ਤਰੀਕੇ ਨਾਲ ਚੱਲਦੀ ਰਹੀ ਤਾਂ? ਇਸ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ। ਅੱਜ ਦੇ ਮੰਗ ਪੱਤਰ ਤੋਂ ਬਾਅਦ ਕੁਝ ਦਿਨ ਅਸੀਂ ਵੇਟ ਕਰਾਂਗੇ। ਜੇ ਪੰਜਾਬ ਸਰਕਾਰ ਗੱਲਬਾਤ ਕਰਦੀ ਹੈ, ਉਸ ਦੌਰਾਨ ਕੋਈ ਖੰਭੇ ਲਾਉਣਾ ਆਊਗਾ, ਤਾਰਾਂ ਪਾਉਣਾ ਆਊਗਾ, ਸਾਡੇ ਲੋਕ ਵਿਰੋਧ ਕਰਨਗੇ। ਇਹਦੇ ਵਾਸਤੇ ਬਿਜਲੀ ਵਿਭਾਗ ਖਬਰਦਾਰ ਰਹੇ। ਦੂਜੀ ਗੱਲ, ਜਦੋਂ ਸਾਡੇ ਨਾਲ ਮੀਟਿੰਗ ਹੋਗੀ, ਉਸ ਦੇ ਵਿੱਚ ਸਾਨੂੰ ਪਾਲਿਸੀ ਦੀ ਇੱਕ ਵਾਰੀ ਜਦ ਤੱਕ ਕਨਫਰਮ ਨਹੀਂ ਕਰ ਦਿੱਤੀ ਜਾਂਦੀ ਕੀ ਹੈ, ਉਦੋਂ ਤੱਕ ਅਸੀਂ ਅਗਲਾ ਸਟੈਪ ਨਹੀਂ ਲੈਣ ਦਿਆਂਗੇ। ਤੇ ਜੇ ਇਹ ਨਹੀਂ ਕਰੇਗੀ ਪੰਜਾਬ ਸਰਕਾਰ, ਤਾਂ ਫਿਰ ਲਾਜ਼ਮੀ ਹੈ ਪਿੰਡ ਆਥੀਆਂ ਵੀ ਫੁੱਕਣਗੀਆਂ, ਇਹਨਾਂ ਦੇ ਆਗੂਆਂ ਦਾ ਵਿਰੋਧ ਵੀ ਹੋਊਗਾ, ਮੰਤਰੀਆਂ ਦੇ ਘਰ ਵੀ ਕਰਨਗੇ, ਪੰਜਾਬ ਸਰਕਾਰ ਨੂੰ ਵੀ ਘੇਰਿਆ ਜਾਊਗਾ, ਡੀਸੀ ਦਫ਼ਤਰਾਂ ਨੂੰ ਵੀ ਘੇਰਿਆ ਜਾਊਗਾ। ਸਾਰਾ ਕੁਝ ਕਰਾਂਗੇ ਜਿੱਥੇ ਤੱਕ ਜਾਣਾ ਪਿਆ। ਮੋਹਾਲੀ ਤੋਂ ਐਸਡੀਐਮ ਸਾਹਿਬ ਮੰਗ ਪੱਤਰ ਦਿੱਤਾ ਹੈ ਕਿਸਾਨ ਯੂਨੀਅਨ ਵੱਲੋਂ। ਗੱਲਬਾਤ ਕਰਦੇ ਹਾਂ ਸਰ, ਜਿਹੜਾ ਇਹ ਮੰਗ ਪੱਤਰ ਦਾ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਵਾਸਤੇ ਤੁਹਾਡੀ ਜਿਹੜੀ ਇਹਨਾਂ ਨੇ ਰਿਕੁਐਸਟ ਕੀਤੀ ਹੈ, ਤਾਂ ਤੁਸੀਂ ਪਹੁੰਚਾਓਗੇ ਕਿ ਮੁੱਖ ਮੰਤਰੀ ਸਾਹਿਬ ਤੱਕ? ਬਿਲਕੁਲ ਜੀ, ਡੈਫੀਨੇਟਲੀ। ਜਿਹੜੀ ਸਾਡੀ ਪੰਜਾਬ ਦੀ ਪੂਰੀ ਸਟੇਟ ਹੈਗੀ ਉਹ ਐਗਰੀਕਲਚਰ ਬੇਸਡ ਹੈਗੀ ਹੈ। ਜਿਵੇਂ ਜਿਹੜਾ ਸਾਡਾ ਸਾਰਾ ਮੋਹਾਲੀ ਦਾ, ਰੋਪੜ ਦਾ, ਬਾਕੀ ਨਾਲ ਲੱਗਦੇ ਇਲਾਕਿਆਂ ਦਾ ਜਿਹੜਾ ਕੰਢੀ ਏਰੀਆ ਹੈਗਾ, ਉੱਥੇ ਐਗਰੀਕਲਚਰ ਇੰਨੀ ਸਸਟੇਨੇਬਲ ਨਹੀਂ ਹੈਗੀ। ਸੋ ਜਿਹੜੀਆਂ ਇਹ ਡਿਮਾਂਡਸ ਹੈਗੀਆਂ ਪੰਜਾਬ ਸਰਕਾਰ ਨੂੰ ਅੱਜ ਹੀ ਪਹੁੰਚਾ ਦਿੱਤੀਆਂ। ਇੱਕ ਸਵਾਲ ਤੁਹਾਡੇ ਤੋਂ, ਹੁਣ ਕੇਂਦਰ ਸਰਕਾਰ ਦਾ ਜਿਹੜਾ ਨਵਾਂ ਫੈਸਲਾ ਆਇਆ ਕਿ ਜਿਹੜੀ ਕੇਂਦਰ ਸਰਕਾਰ ਨੇ ਹੁਕਮ ਕਰਤਾ ਕਿ ਹੁਣ ਮੋਦੀ ਜੀ ਨੂੰ ਕਹਿੰਦੇ ਜਾਂ ਤਾਂ ਹੋਲਡ ਕਰ ਲਓ, ਸੁਪਰੀਮ ਕੋਰਟ ਨੇ ਜਿਹੜਾ ਆਰਡਰ ਦਿੱਤਾ ਉਹ ਕਹਿੰਦਾ ਜਾਂ ਤਾਂ ਹੋਲਡ ਕਰ ਲਓ ਇਹਨਾਂ ਕਾਨੂੰਨਾਂ ਨੂੰ, ਤੇ ਜਥੇਬੰਦੀਆਂ ਦੀ 8 ਮੈਂਬਰੀ ਕਮੇਟੀ ਬਣਾਈ ਆ। ਤੁਸੀਂ ਲੱਗਦਾ ਕਿ ਫੈਸਲਾ ਇਹ ਨਜ਼ਰ ਤੁਹਾਡੇ ਵਿੱਚ ਵਧੀਆ ਹੈ, ਕਿਸਾਨਾਂ ਦੇ ਹਿੱਤਾਂ ਵਾਸਤੇ ਹੈ? ਦੇਖੋ ਜੀ, ਜਦੋਂ ਸੁਪਰੀਮ ਕੋਰਟ ਕਹਿੰਦਾ ਮੋਦੀ ਨੂੰ ਵੀ ਕਿਹੜਾ ਗੰਨੇ ਦੇ ਕਿਸਾਨ ਨੇ ਉਹਨਾਂ ਨੂੰ ਗੰਨੇ ਦਾ ਕਿਹੜਾ ਪੈਸਾ 14 ਦਿਨਾਂ ਦੇ ਅੰਦਰ ਅੰਦਰ ਦੇ ਦਿਓ, ਉਦੋਂ ਤਾਂ ਮੋਦੀ ਮੰਨਦਾ ਨਹੀਂ। ਜਾਂ ਮੋਦੀ ਸਰਕਾਰ ਆ ਉਦੋਂ ਸੁਪਰੀਮ ਕੋਰਟ ਦੀ ਗੱਲ ਨਹੀਂ ਮੰਨਦੀ ਹੈਗੀ। ਤਾਂ ਹੁਣ ਉਹ ਸੁਪਰੀਮ ਕੋਰਟ ਦਾ ਫੈਸਲਾ ਕਿਸਾਨ ਨਹੀਂ ਮੰਨਣਗੇ। ਜੇ ਸਰਕਾਰ ਨਹੀਂ ਮੰਨਦੀ ਤਾਂ ਕਿਸਾਨ ਵੀ ਨਹੀਂ ਮੰਨਣਗੇ। ਜੇ ਕਿਸਾਨਾਂ ਤੇ ਲਾਗੂ ਹੋਊਗਾ ਉਹ ਫੈਸਲਾ ਤਾਂ ਮੋਦੀ ਤੇ ਵੀ ਲਾਗੂ ਹੋਊਗਾ। ਇਸ ਕਰਕੇ ਸੁਪਰੀਮ ਕੋਰਟ ਦਾ ਅਸੀਂ ਉਹ ਪੂਰਾ ਸਤਿਕਾਰ ਕਰਦੇ ਹਾਂ। ਲੇਕਿਨ ਜੇ ਸੁਪਰੀਮ ਕੋਰਟ ਕਿਸਾਨ ਵਿਰੋਧੀ ਫੈਸਲਾ ਲੈ ਕੇ ਆਉਂਦਾ ਤਾਂ ਸੁਪਰੀਮ ਕੋਰਟ ਸਾਡਾ ਕੁਝ ਨਹੀਂ ਲੱਗਦਾ ਹੈਗਾ। ਬਿਲਕੁਲ ਬਹੁਤ ਵੱਡੀ ਗੱਲ ਹੈ। ਇੱਕ ਪਾਸੇ ਕੇਂਦਰ ਸਰਕਾਰ ਜ਼ਮੀਨਾਂ ਖੋਹਣ ਦੇ ਮਕਸਦ ਨਾਲ ਕਿਸਾਨ ਕਹਿ ਰਹੇ ਨੇ ਕਿ ਅਡਾਨੀ ਅਬਾਨੀਆਂ ਦੇ ਨਾਲ ਜ਼ਮੀਨਾਂ ਖੋਹਣ ਨੂੰ ਫਿਰਦੇ ਨੇ। ਦੂਜੇ ਪਾਸੇ ਕੈਪਟਨ ਸਰਕਾਰ ਦਾ ਵੀ ਚਿਹਰਾ ਕਿਸਾਨ ਜਥੇਬੰਦੀਆਂ ਵੱਲੋਂ ਨੰਗਾ ਕਰ ਦਿੱਤਾ ਹੈ ਕਿ ਕਿਵੇਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ। ਦੂਜੇ ਪਾਸੇ ਬਿਜਲੀ 8 ਘੰਟੇ ਦੀ ਜਿਹੜੀ ਖੇਤਾਂ ਦੀ ਕਰਨ ਵਾਸਤੇ ਕੈਪਟਨ ਸਰਕਾਰਾਂ ਨੂੰ ਭੁਲੇਖੇ ਵਿੱਚ ਪਾਇਆ ਜਾ ਰਿਹਾ ਕਿ ਅਸੀਂ ਹੋਰ ਪਾਲਿਸੀ ਲੈ ਕੇ ਆ ਰਹੇ ਹਾਂ, ਤੇ ਕਿਸਾਨਾਂ ਨੇ ਹੁਣ ਲਗਾਤਾਰ ਵਿਰੋਧ ਸ਼ੁਰੂ ਕਰ ਦਿੱਤਾ। ਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਜੇ ਕੈਪਟਨ ਸਰਕਾਰ ਇਸ 'ਤੇ ਕੋਈ ਐਕਸ਼ਨ ਨਹੀਂ ਲੈਂਦੀ ਤਾਂ ਜਿਸ ਤਰੀਕੇ ਨਾਲ ਮੋਦੀ ਦੇ ਪਿੰਡ ਪੁਤਲੇ ਫੂਕੇ ਨੇ ਤੇ ਬੀਜੇਪੀ ਵਰਕਰਾਂ ਦੇ ਘਰ ਘੇਰੇ ਨੇ, ਉਸ ਤਰੀਕੇ ਨਾਲ ਹੀ ਹੁਣ ਕਿਸਾਨ ਜਥੇਬੰਦੀਆਂ ਆਉਣ ਵਾਲੇ ਦਿਨਾਂ ਵਿੱਚ ਕੈਪਟਨ ਸਰਕਾਰ ਦੇ ਪੁਤਲੇ ਤੇ ਨਾਲ ਹੀ ਕਾਂਗਰਸ ਦੇ ਆਗੂਆਂ ਤੇ ਮੰਤਰੀਆਂ ਦੇ ਘਰ ਘੇਰਨਗੇ। ਤੁਹਾਡੇ ਨਾਲ ਕੈਮਰਾਮੈਨ ਕਰਨ ਸ਼ਰਮਾ ਦੇ ਨਾਲ ਹਰਤੇਜ ਸਿੰਘ ਤੇਜੀ, ਐਚਐਨ ਨਿਊਜ਼ ਮੋਹਾਲੀ।